उड़ीका 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 तेरे आउणियां उड़ीका 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 तेरे आउणियां उड़ीका 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 तेरे आउणियां उड़ीका 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 तेरे आउणियां। अनीता पाल लेके हाजिर हाँ आप जी दा मनपसंद प्रोग्राम उड़ीका। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਅਸੀਂ ਹਮੇਸ਼ਾ ਹੀ ਨਵੇਂ ਚਿਹਰੇ ਦੇ ਨਾਲ ਰੂਬਰੂ ਹੁੰਦੇ ਹਾਂ ਤੇ ਅੱਜ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਦੇ ਵਿਹੜੇ ਵਿੱਚ ਪਹੁੰਚੇ ਹਨ ਉੱਗੇ ਕਵੀ ਚਰਨਜੀਤ ਅੱਟਾ ਜੀ ਜੋ ਕਿ ਇੱਕ ਅਧਿਆਪਕ ਵੀ ਰਹੇ ਨੇ। ਉਡੀਕਾਂ ਦੀ ਘੜੀਆਂ ਖਤਮ ਕਰਦੇ ਹੋਏ ਲਓ ਜੀ ਗੱਲਬਾਤ ਕਰਦੇ ਹਾਂ ਚਰਨਜੀਤ ਅੱਟਾ ਜੀ ਨਾਲ। ਅੱਟਾ ਜੀ ਸਾਡੇ ਪ੍ਰੋਗਰਾਮ ਉਡੀਕਾਂ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮੈਡਮ ਜੀ। ਮੈਂ ਬਾਂਸਲ ਸਾਹਿਬ ਤੇ ਅੱਗੇ ਪ੍ਰਮੋਟਰ ਦਿਲਬਹਾਰ ਸ਼ੌਕਤ ਜੀ ਹੋ ਜਿਨ੍ਹਾਂ ਨੇ ਮੇਰੇ ਇੱਥੇ ਆਉਣ ਦੇ ਵਿੱਚ ਮੇਰੀ ਮਦਦ ਕੀਤੀ ਹੈ ਉਹਨਾਂ ਦਾ ਮੈਂ ਬਹੁਤ ਮਸ਼ਕੂਰ ਹਾਂ। ਤੁਹਾਡਾ ਵੀ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਨਵੇਂ ਚਿਹਰੇ ਜਿਹੜੇ ਆ ਲੋਕਾਂ ਦੇ ਸਾਹਮਣੇ ਲਿਆ ਰਹੇ ਆ ਔਰ ਉਹਨਾਂ ਨੂੰ ਬਹੁਤ ਸਾਰਾ ਫਾਇਦਾ ਹੋਊਗਾ ਕੁਝ ਸਾਨੂੰ ਵੀ ਫਾਇਦਾ ਹੋਊਗਾ ਕਿ ਅਸੀਂ ਲੋਕਾਂ ਦੀ ਕਚਹਿਰੀ 'ਚ ਜਾਈਏ। ਜੀ ਹਾਂਜੀ ਚਰਨਜੀਤ ਅੱਟਾ ਜੀ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਕੁਝ ਜਾਣਕਾਰੀ ਸਾਂਝੀ ਕਰੋ ਜੀ। ਮੈਡਮ ਜੀ ਮੇਰਾ ਪਿੰਡ ਅੱਟਾ ਆ ਤੇ ਸਾਡੇ ਜਿਹੜੇ ਬਜ਼ੁਰਗ ਆ ਉਹ ਬਾਹਰੋਂ ਹੀ ਆਏ ਹੋਏ ਇੱਧਰੋਂ ਪਾਕਿਸਤਾਨ ਤੋਂ ਬੜੇ ਔਖੇ ਸਾਡੇ ਪੈਰ ਲੱਗੇ ਆ। ਉਸ ਤੋਂ ਬਾਅਦ ਦੇ ਵਿੱਚ ਅਸੀਂ ਵੀ ਪੜ੍ਹਾਈ ਕੀਤੀ। ਪੜ੍ਹਾਈ ਕਰਨ ਤੋਂ ਬਾਅਦ ਜਿਹੜੇ ਹਾਲਾਤ ਥੋੜੇ ਜਿਹੇ ਸਿਖਾਵੇਂ ਹੋਏ ਫਿਰ ਛੇਤੀ ਨੌਕਰੀ ਮਿਲ ਗਈ ਮੈਨੂੰ 1979 ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਹਾਰਡ ਵਰਕ ਕੀਤਾ ਤੇ ਪੈਰੀ ਆਏ ਆ। ਮੇਰੇ ਮੈਡਮ ਜੀ 3 ਬੱਚੇ ਆ ਮੇਲ ਆ। ਇੱਕ ਮੇਰਾ ਕਾਕਾ ਕੈਨੇਡਾ 'ਚ ਆ, 2 ਮੇਰੇ ਬੱਚੇ ਇੱਥੇ ਆ। ਇੱਕ ਮੇਰਾ ਬੱਚਾ ਜਿਹੜਾ ਆ ਰਮਨਜੀਤ ਬੰਗੜ ਉਹ ਵੀ ਛੇਤੀ ਕੈਨੇਡਾ ਨੂੰ ਜਾ ਰਿਹਾ ਤੇ ਹੁਣ ਮੈਂ ਜਿਹੜੀ ਉਹ ਮਿਹਨਤ ਦੀ ਬਦੌਲਤ ਅੱਜ ਕਾਫੀ ਸੌਖਾ ਆ। ਜੀ ਚਰਨਜੀਤ ਜੀ ਤੁਸੀਂ ਆਪਣੀ ਸਟੱਡੀ ਲਾਈਫ ਬਾਰੇ ਜਾਂ ਆਪਣੇ ਸਕੂਲੀ ਲਾਈਫ ਬਾਰੇ ਜੋ ਬਚਪਨ 'ਚ ਤੁਸੀਂ ਜੀਆ ਸੀਗਾ ਜਿਹਨੂੰ ਉਹਦੇ ਬਾਰੇ ਸਾਡੇ ਦਰਸ਼ਕ ਜੀ ਨਾ ਕੁਝ ਜਾਣਨਾ ਚਾਹੁੰਗੇ। ਮੈਡਮ ਜੀ ਨਾ ਜਿਹੜਾ ਮਨ ਆ ਨਾ ਇੱਕ ਕਵੀ ਹੋਣਾ ਇੱਕ ਸਾਹਿਤਕਾਰ ਹੋਣਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮਨੁੱਖ ਦੇ ਅੰਦਰ ਆਉਂਦੀਆਂ ਉਹ ਇਦਾਂ ਹੋਣੀਆਂ ਕਿ ਉਹਦੇ ਬਚਪਨ 'ਚ ਹੀ ਘਰ ਕੀਤਾ ਹੁੰਦਾ ਜੀ। ਜਦ ਮੈਂ ਪੁਰਾਣੇ ਉਹ ਗੀਤ ਸੁਣਨਾ ਜਮਲਾ ਜੀ ਨੂੰ ਹੋਰਨਾਂ ਨੂੰ ਸੁਰਿੰਦਰ ਕੌਰ ਜੀ ਨੂੰ ਤਾਂ ਮੈਂ ਕੰਧ ਦੇ ਨਾਲ ਲਾ ਕੇ ਸਾਡੇ ਰੇਡੀਓ ਤਾਂ ਨਹੀਂ ਹੁੰਦਾ ਸੀ ਮੈਂ ਕੰਧ ਦੇ ਨਾਲ ਲਾ ਕੇ ਉਹ ਸੁਣਨੇ ਗੀਤ ਤਾਂ ਮੇਰਾ ਅੰਤਰ ਜਿਹੜਾ ਸੀ ਉਹ ਉਛਲਦਾ ਹੁੰਦਾ ਸੀ ਵੀ ਕਿੰਨੀ ਸੋਹਣੀ ਪੋਇਟਰੀ ਜਿਹੜੀ ਆ ਉਹ ਬੋਲ ਰਹੇ ਆ ਕਵਿਤਾਵਾਂ ਗੀਤ ਬੋਲ ਰਹੇ ਆ। ਉਹ ਤੋਂ ਬਾਅਦ ਚ ਫਿਰ ਮੈਂ ਅੱਟਾ ਸਕੂਲ ਆ ਸਾਡਾ ਉਹ ਖਾਲਸਾ ਸਕੂਲ ਆ ਉੱਥੇ ਮੈਂ ਪੜ੍ਹਿਆ। ਉੱਥੇ ਸਾਡੇ ਅਧਿਆਪਕ ਜਿਹੜੇ ਸੀ ਉਹਨਾਂ ਦਾ ਸਾਹਿਤ ਨਾਲ ਬਹੁਤ ਰੁਚੀ ਸੀਗੀ। ਗੁਰਮੀਤ ਸਿੰਘ ਰੰਧਾਵਾ ਸੀਗੇ ਉਹ ਸਾਡੇ ਉਸਤਾਦ ਜੀ ਸੀ। ਉਹਨਾਂ ਨੇ ਫਿਰ ਭਾਈ ਵੀਰ ਸਿੰਘ ਦੀਆਂ ਪ੍ਰੋਫੈਸਰ ਮੋਹਨ ਸਿੰਘ ਹੋਣੀ ਹੋਰ ਜਿੰਨੇ ਵੀ ਵਧੀਆ ਕਵੀ ਸੀ ਨਾ ਜਦ ਉਹਨਾਂ ਨੇ ਸਾਨੂੰ ਉਹਨਾਂ ਦੇ ਅਰਥ ਕਰਕੇ ਦੱਸਣੇ ਕਵਿਤਾ ਤੇ ਮੇਰੇ ਦਿਲ 'ਚ ਨਾ ਘਰ ਕਰ ਜਾਂਦੀਆਂ ਸੀ ਵੀ ਕਿੱਡੀ ਸੋਹਣੀ ਪੋਇਟਰੀ ਜਿਹੜੀ ਆ ਉਹ ਲਿਖੀ ਗਈ। ਫਿਰ ਮੈਂ ਗੀਤ ਜਿਹੜਾ ਹੈ ਉਹ ਕਿਤੇ ਕਿਤੇ ਲਾਉਣਾ ਗਾਉਣਾ ਲਿਖਣਾ ਗਾਉਣਾ। ਫਿਰ ਬਾਅਦ ਚ ਇਹ ਤਾਂ ਹੁੰਦੀ ਸੀ ਵੀ ਉਹ ਫਿਰ ਡਰਦੇ ਨੇ ਪਾਠ ਵੀ ਦੇਣਾ ਵੀ ਚਲੋ ਇਹਨੂੰ ਸ਼ੌਂਕ ਇਹਦਾ ਮਤਲਬ ਬਚਪਨ ਤੋਂ ਹੀ ਸੀ ਬਚਪਨ ਤੋਂ ਹੀ ਸ਼ੌਕ ਸੀ। ਫਿਰ ਮੈਂ ਇੱਕ ਕਵਿਤਾ ਲਿਖੀ ਵੀ ਜੇ ਮੈਂ ਆਪ ਚੰਗਾ ਹਾਂ ਨਾ ਦਿਸਦਾ ਕੋਈ ਮਾੜਾ ਹੈ ਜੀ ਨਾ ਤੇਰੀ ਗੱਲ ਮਾੜੀ ਹੈ ਨਾ ਤੇਰਾ ਦਿਲ ਮਾੜਾ ਹੈ ਦੱਸ ਕਿਉਂ ਨਹੀਂ ਦਿੰਦਾ ਤੂੰ ਆਪਣੇ ਦਿਲ ਦੀ ਗੱਲ ਬੋਲਾਂ ਦੀ ਚੁੱਪ ਮਾੜੀ ਹੈ ਤੇ ਦਿਲ ਗਮਗੀਨ ਮਾੜਾ ਹੈ। ਤਾਂ ਮੈਡਮ ਜੀ ਇੱਕ ਸ਼ੇਰ ਸੀ ਵੀ ਅਦਬ ਨਾਲ ਜੀਉ ਰਿਹਾ ਕੋਈ ਅਦਬ ਨਾਲ ਮਾਰ ਰਿਹਾ ਕੋਈ ਬੇਅਦਬ ਦੀ ਮੌਤ ਮਾੜੀ ਹੈ ਬੇਅਦਬ ਦਾ ਜੀਵਨ ਮਾੜਾ ਹੈ। ਜਦ ਮੈਂ ਇਹ ਕਵਿਤਾ ਆਪਣੇ ਸਰਾਂ ਨੂੰ ਸੁਣਾਈ ਰੰਧਾਵਾ ਸਾਹਿਬ ਨੂੰ ਉਹ ਕਹਿੰਦੇ ਤੂੰ ਕਿੱਥੇ ਬੈਠਾ ਰਿਹਾ ਤੋ ਫਿਰ ਉਹਨੇ ਮੈਨੂੰ ਉਤਸ਼ਾਹਿਤ ਕੀਤਾ। ਉਤਸ਼ਾਹਿਤ ਕਰਨ ਦੇ ਨਾਲ ਫਿਰ ਮੈਂ ਲਿਟਰੇਚਰ ਬਹੁਤ ਪੜ੍ਹਿਆ ਜਿੱਦਾਂ ਜਸਵੰਤ ਕਮਲ ਜੀ ਇਹਨਾਂ ਨੂੰ ਨਾਨਕ ਸਿੰਘ ਹੋਣਿਆਂ ਨੂੰ ਇਹੋ ਹਮਾਰਾ ਜੀਵਣਾ ਨਾਵਲ ਵਗੈਰਾ ਉਹ ਮੇਰੇ ਅੰਦਰ ਘਰ ਕਰ ਗਏ ਜੀ। ਆਪਾਂ ਨੂੰ ਲਿਖਣ ਲਈ ਫਿਰ ਸਾਨੂੰ ਪੜ੍ਹਨਾ ਵੀ ਪੈਂਦਾ ਹੈ। ਪੜ੍ਹਨਾ ਪੈਂਦਾ ਮੈਡਮ ਜੀ ਵੀ ਅਸਲ ਦੇ ਵਿੱਚ ਜਿਹੜੀ ਕਵਿਤਾ ਆ ਉਹ ਉਪਜਦੀ ਆ ਜਿੱਦਾਂ ਜ਼ਮੀਨ ਆ ਉਹਦੇ ਵਿੱਚ ਬੀਜ ਛੱਡਦੇ ਆ ਜੀ ਤਾਂ ਉਹ ਜ਼ਮੀਨ ਜੇ ਉਪਜਾਊਗਾ ਤਾਂ ਉਹਨੇ ਉਪਜਣਾ ਆ ਜੇ ਉਪਜਾਊ ਨਹੀਂ ਤਾਂ ਉਹਨੇ ਉੱਥੇ ਮੁੱਕ ਜਾਣਾ ਜੀ। ਉਹ ਫਿਰ ਮੇਰੇ ਅੰਦਰ ਨਾ ਘਰ ਕਰ ਗਈ ਮੈਡਮ ਜੀ ਤੇ ਫਿਰ ਮੈਂ ਜਿਹੜਾ ਸੀ ਹੌਲੀ ਹੌਲੀ ਕਵਿਤਾ ਲਿਖਣ ਜੀ।
ਚਰਨਜੀਤ ਜੀ ਜੀ। ਤੁਸੀਂ ਪਹਿਲੀ ਕਵਿਤਾ ਕਿਹੜੀ ਲਿਖੀ ਸੀ? ਕਵਿਤਾ ਮੈਂ ਪਹਿਲੀ ਜਿਹੜੀ ਸੀ ਇਹ ਲਿਖੀ ਸੀਗੀ ਕਿ ਜੇ ਮੈਂ ਆਪ ਚੰਗਾ ਹਾਂ, ਜਿਹੜੀ ਮੈਂ ਤੁਹਾਨੂੰ ਪਹਿਲਾਂ ਸੁਣਾਈ ਆ। ਜੀ। ਔਰ ਇਹ ਤੇ ਮੈਨੂੰ ਬਹੁਤ ਚੰਗਾ ਰਿਸਪੌਂਸ ਮਿਲਿਆ। ਜੀ। ਫਿਰ ਮੇਰਾ ਦਿਲ ਖੁੱਲ ਗਿਆ ਤੇ ਫਿਰ ਮੈਂ ਕਾਫੀ ਪੋਇਟਰੀ ਜਿਹੜੀ ਆ ਉਹ ਲਿਖਦਾ ਰਿਹਾ। ਜੀ। ਤੇ ਮੇਰੇ ਤੇ ਅਸਰ ਜਿਹੜਾ ਸੀ ਫਿਰ ਉਹ ਬਹੁਤ ਅੱਛੇ ਕਵੀ ਸੀਗੇ ਜਿਨ੍ਹਾਂ ਨੇ ਫਿਰ ਮੈਨੂੰ ਨਾ ਕਾਫੀ ਉਤਸ਼ਾਹਿਤ ਕੀਤਾ। ਜੀ। ਤੁਹਾਡੀ ਹੁਣ ਤੱਕ ਤੁਸੀਂ ਕਿੰਨੀ ਕੁ ਕਵਿਤਾਵਾਂ ਜਾਂ ਗੀਤ ਲਿਖ ਚੁੱਕੇ ਹੋ? ਕਵਿਤਾਵਾਂ ਗੀਤ ਮੈਂ ਬਾਹਰੀ ਮਾਤਰਾ ਚ ਨਹੀਂ ਲਿਖੀਆਂ, ਲੇਕਿਨ ਜਿੰਨੀਆਂ ਲਿਖੀਆਂ ਤਾਂ ਉਹ ਦਿਲ ਤੋਂ ਲਿਖੀਆਂ। ਜੀ। ਵੀ ਇਹ ਨਹੀਂ ਮੈਂ ਖਲਾਰਾ ਪਾ ਕੇ ਬਹਿ ਗਿਆ। ਜਿੰਨੇ ਵੀ ਲਿਖੇ ਆ ਨਾ ਜੀ। ਉਹ ਮੇਰਾ ਇੱਕ ਇੱਕ ਵਰਡ ਜਿਹੜਾ ਆ, ਉਹ ਜਦੋਂ ਮੈਂ ਕਿਸੇ ਨੂੰ ਸੁਣਾਉਣਾ ਤਾਂ ਉਹਨੂੰ ਚੰਗਾ ਲੱਗਦਾ। ਜੀ। ਬਾਹਰੇ ਨਹੀਂ ਲਿਖੇ, ਪਰ ਲਿਖੇ ਹੈ। ਤਾਂ ਹੁਣ ਮੈਂ ਜਲਦੀ ਆਪਣੀ ਇੱਕ ਜਿਹੜੀ ਕਿਤਾਬ ਆ ਉਹ ਪੰਜਾਬੀ ਮਾਂ ਬੋਲੀ ਦੇ ਜਿਹੜਾ ਆ ਉਹ ਝੋਲੀ ਪਾਉਣ ਜਾ ਰਿਹਾ ਆ। ਜੀ। ਤੇ ਲੱਗਦਾ ਆ ਕਿ ਉਹ ਤੁਸੀਂ ਸਾਰੇ ਸਵੀਕਾਰ ਕਰੋਗੇ ਉਹਨੂੰ। ਜੀ ਸਾਡੀ। ਜ਼ਰੂਰ ਜੀ। ਜੀ ਹਾਂ ਜੀ। ਜੀ। ਜੀ ਚਰਨਜੀਤ ਜੀ ਹਮ। ਤੁਸੀਂ ਗੀਤ ਵੀ ਲਿਖਦੇ ਹੋ? ਜੀ ਜੀ ਜਿਸ ਤਰ੍ਹਾਂ ਕਵਿਤਾਵਾਂ ਲਿਖਦੇ ਗੀਤ, ਕੀ ਤੁਹਾਡਾ ਕੋਈ ਗੀਤ ਵੀ ਰਿਕਾਰਡ ਹੋਇਆ? ਹਾਂਜੀ ਮੈਂ ਵੀ ਹੁਣੇ ਸਾਡੇ ਦਰਸ਼ਕਾਂ ਨੂੰ ਦੱਸੋਗੇ ਗੀਤ ਬਾਰੇ? ਦਿਲ ਬਹਾਰ ਸ਼ੌਕਤ ਹੋਣੀ ਜੀ। ਮੈਨੂੰ ਘਰੋਂ ਆਵਾਜ਼ ਮਾਰੀ ਜੀ। ਬੇਟਾ ਜੀ ਤੁਸੀਂ ਮੇਰੇ ਪਿਤਾ ਜੀ ਦੇ ਸਮਕਾਲੀ ਆ ਔਰ ਤੁਸੀਂ ਉਹਨਾਂ ਦਾ ਬੜਾ ਮਾਣ ਇੱਜ਼ਤ ਕਰਦੇ ਹੋ, ਤੁਹਾਡਾ ਕਰਦੇ ਸੀ। ਮੈਂ ਚਾਹੁੰਦਾ ਕਿ ਤੁਹਾਡਾ ਜਿਹੜਾ ਗੀਤ ਹੈ ਨਾ ਜੀ ਉਹ ਰਿਕਾਰਡ ਰਿਕਾਰਡ ਕੀਤਾ ਕੀਤਾ ਜਾਵੇ। ਜਾਵੇ। ਫਿਰ ਮੈਂ ਪਹਿਲਾਂ ਤਾਂ ਮੈਂ ਝਿਜਕਦਾ ਜਿਹਾ ਰਿਹਾ। ਫਿਰ ਮੈਂ ਇੱਕ ਉਹ ਦੂਜਾ ਇੱਥੇ ਕੱਲਿਆ ਮੋਬਾਈਲ ਤੇ ਜੀ। ਇਹ ਕਹਿੰਦੇ ਆ ਜਾਓ ਤੁਸੀਂ ਜੀ ਸਿਲੈਕਟ ਆ। ਜੀ। ਤੇ ਫਿਰ ਮੈਨੂੰ ਮੌਕਾ ਮਿਲਿਆ। ਜੀ ਉਹ ਕਿਹੜਾ ਗੀਤ ਸੀ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਕਰੋਗੇ? ਮੈਡਮ ਜੀ ਗੀਤ ਜਿਹੜੇ ਆ ਉਹ ਆਪੋ ਹੀ ਆ। ਜੀ। ਗੀਤ ਕਾਰ ਜਿਹੜਾ ਆ ਉਹ ਆਲੇ ਦੁਆਲੇ ਨੂੰ ਦੇਖ ਕੇ ਗੀਤ ਲੈਂਦਾ। ਮੇਰਾ ਗੀਤ ਆ ਕਿ ਜਿਹੜੇ ਨੌਜਵਾਨ ਬੱਚੇ ਜਿਹੜੇ ਉਹ ਮਾਰੀ ਜਾਂਦੇ ਆ ਜੀ। ਤੇ ਜਿਹੜੇ ਮਾਪੇ ਆ ਉਹ ਰੋ ਰੋ ਮਰੀ ਜਾਂਦੇ। ਰੋ ਰੋ ਮਰੀ ਜਾਂਦੇ ਆ। ਭੈਣਾਂ ਹੋਰ ਜਿੰਨੇ ਵੀ ਰਿਸ਼ਤੇਦਾਰੀ ਆ ਨਾ ਉਹ ਘੱਟੋ ਘੱਟ ਇੱਕ ਮਾਰਦਾ ਆ ਤਾਂ ਘੱਟੋ ਘੱਟ ਜਿਹੜੀ ਆ ਉਹ ਪਤਾ ਨਹੀਂ ਕਿੰਨੇ ਥਾਈਂ ਜਿਹੜੀ ਉਹ ਦਰੀ ਵਿਛਦੀ ਆ, ਜਿਹੜੀ ਮੇਰੇ ਮਨ ਨੂੰ ਬਹੁਤ ਠੇਸ ਦਿੰਦੀ ਜੀ। ਸੀ। ਉਹਦੇ ਲਈ ਮੈਂ ਇੱਕ ਗੀਤ ਲਿਖਿਆ ਸੀ, ਜੇ ਚਾਹੋ ਤਾਂ ਜੀ ਜ਼ਰੂਰ। ਮੈਂ ਇੱਕ ਤਾਂ ਉਹਦੇ ਤੋਂ ਗੀਤ ਦੇ ਬੋਲੇ ਜੀ। ਜੀ। ਸਿਵਿਆਂ ਦੇ ਵਿੱਚ ਰਾਖ ਨੂੰ ਮਾਪੇ ਤੱਕਦੇ ਨੇ, ਬਸ ਕਹਿਣ ਦਲਾਸੇ ਲਈ ਇਹ ਰੋਗ ਨਾ ਬਸਦੇ ਨੇ। ਦੇ ਹੱਥੀ ਲੋਰੀਆਂ ਉਹ ਆਪੇ ਹਰ ਜਾਂਦੇ ਨੇ, ਕਿਉਂ ਬੁੱਢੇ ਮਾਪਿਆਂ ਦੇ ਪੁੱਤਰ ਮਰ ਜਾਂਦੇ ਨੇ। ਸਿਵਿਆਂ ਦੇ ਵਿੱਚ ਰਾਖ ਨੂੰ ਮਾਪੇ ਤੱਕਦੇ ਨੇ। ਕੀ ਹਾਲਤ ਪੈਣਾ ਤੀ ਤੱਕਣਗੀਆਂ ਰੋ ਰੋ ਕੇ ਉਹ ਰਾਮਾ, ਜਿਸ ਸ਼ਹਿਰ ਨੂੰ ਟੁਰ ਗਿਆ ਤੂੰ ਨਾ ਮਿਲਿਆ ਅੱਜ ਤੱਕ ਉਹ ਸਰਨਾਮਾ। ਤੱਕ ਦੁਖੜੇ ਪੈਣਾ ਤੇ ਪਾਣੀ ਖੜ ਜਾਂਦੇ ਨੇ, ਕਿਉਂ ਬੁੱਢੇ ਮਾਪਿਆਂ ਦੇ ਪੁੱਤਰ ਮਰ ਜਾਂਦੇ ਨੇ। ਕਿਉਂ ਬੁੱਢੇ ਮਾਪਿਆਂ ਦੇ ਪੁੱਤਰ ਮਰ ਜਾਂਦੇ ਨੇ। ਭਰਾ ਵਾਰਿਆ ਜੀ। ਜੀ। ਪਾਈਆਂ ਦੀ ਜੋੜੀ ਚੋਂ ਨੀ ਉਹ ਕਲਮ ਕੱਲਾ ਰਹਿ ਗਿਆ। ਪਾਈਆਂ ਦੀ ਜੋੜੀ ਚੋਂ ਨੀ ਉਹ ਕਲਮ ਕੱਲਾ ਰਹਿ ਗਿਆ। ਹਾਏ ਫੜ ਕੇ ਕਾਲਜੇ ਨੂੰ ਨੀ ਉਹ ਚੁੱਪ ਚਪੀਤਾ ਬਹਿ ਗਿਆ। ਤੱਕ ਸੋਹਣੇ ਵੀਰੇ ਨੂੰ, ਤੱਕ ਸੋਹਣੇ ਵੀਰੇ ਨੂੰ ਅਥਰੂ ਭਰ ਜਾਂਦੇ ਨੇ। ਕਿਉਂ ਬੁੱਢੇ ਮਾਪਿਆਂ ਦੇ ਪੁੱਤਰ ਮਰ ਜਾਂਦੇ ਨੇ। ਸਿਵਿਆਂ ਦੇ ਵਿੱਚ ਰਾਖ ਨੂੰ ਮਾਪੇ ਤੱਕਦੇ ਨੇ। ਤੋ ਲਾਸਟ ਵਿੱਚ ਹੈ ਜੀ। ਉਦੋਂ ਰਾਤ ਸੀ ਸਜ ਜਾਂਦਾ ਜਦ ਵੀਰ ਅਟੇ ਪਿੰਡ ਵੜਦਾ। ਚੰਨ ਚੀਤੇ ਨੂੰ ਮਿਲ ਕੇ ਉਹ ਸੀ ਪਿਆਰ ਕਲਾਵੇ ਪੜਦਾ। ਕੀ ਲਿਖਣਾ ਗੀਤਾਂ ਦਾ
ਕੀ ਲਿਖਣਾ ਗੀਤਾਂ ਦਾ ਹਿਰਦੇ ਸੜ ਜਾਂਦੇ ਨੇ ਵਾਹ ਜੀ। ਕਿਉਂ ਬੁੱਢੇ ਮਾਪਿਆਂ ਦੇ ਪੁੱਤਰ ਮਰ ਜਾਂਦੇ ਨੇ ਸਿਵਿਆਂ ਦੇ ਵਿੱਚ ਰੱਖ ਨੂੰ ਮਾਪੇ ਤੱਕਦੇ ਨੇ ਬਸ ਕਹਿਣ ਦਿਲਾਸੇ ਲਈ ਇਹ ਰੋਗ ਨਾ ਬਸਦੇ ਨੇ। ਵਾਹ ਜੀ, ਬਹੁਤ ਵਧੀਆ ਜੀ, ਬਹੁਤ ਹੀ ਭਾਵੁਕ ਗੀਤ ਸੀਗਾ ਕਿ ਕਿਉਂ ਬੁੱਢੇ ਮਾਪਿਆਂ ਦੇ ਪੁੱਤਰ ਮਰ ਜਾਂਦੇ ਨੇ। ਮੈਡਮ ਜੀ ਬਹੁਤ ਦਿਖਾਂਤ ਆ ਜੀ, ਘਰ ਘਰ ਅੱਗਾ ਲੱਗ ਗਈਆਂ ਔਰ ਲੋਕਾਂ ਦਰੁਸਤ ਹੈ ਜੀ, ਬਿਲਕੁਲ ਬਹੁਤ ਜਿਹੜਾ ਕਵੀ ਹੁੰਦਾ ਨਾ ਜੀ। ਉਹ ਦੇਖ ਕੇ ਜਿਹੜਾ ਆ ਉਹ ਰਹਿ ਨਹੀਂ ਸਕਦਾ ਜੀ। ਵੀ ਇਹ ਕੀ ਤਮਾਸ਼ਾ ਹੋ ਰਿਹਾ ਆ। ਤੋ ਕਿੱਡਾ ਜ਼ਾਲਮ ਹੋ ਗਿਆ ਹਾਕਮ ਅੱਜ ਸ਼ਹਿਰ ਦਾ ਜੀ। ਹੱਥੀ ਅੱਗ ਲਗਾ ਰਿਹਾ ਆਪਣੇ ਹੀ ਸ਼ਹਿਰ ਨੂੰ। ਜੀ, ਮੈਡਮ ਜੀ ਬੜੇ ਦੁੱਖਾਂ ਦੀ ਗੱਲ ਹੈ ਸਾਰਾ ਮਾਹੌਲ ਜਿਹੜਾ ਉਹ ਵਿਗੜਿਆ ਹੈ। ਬਿਗੜਿਆ ਹੋਇਆ ਹੈ। ਜੀ। ਚਰਨਜੀਤ ਜੀ, ਤੁਸੀਂ ਹੋਰ ਕਿਹੜੇ ਰਾਈਟਰਸ ਨੇ ਜਿਨ੍ਹਾਂ ਨੂੰ ਤੁਸੀਂ ਪੜ੍ਹਦੇ ਹੋ? ਰਾਈਟਰਸ ਮੇਰੇ ਜਿਹੜੇ ਦਿਲ ਤੇ ਲੱਗ ਗਿਆ ਨਾ ਜੀ ਉਹ ਸ਼ੌਕਤ ਟੰਡਵਾੜਵੀ ਜੀ। ਕਿਆ ਲਿਖਦੇ ਸੀ ਜੀ। ਮੋਤੀ ਪਰੋਦੰਦੇ ਸੀ ਜੀ। ਜਦੋਂ ਕਿਤੇ ਕਹਿੰਦੇ ਵੀ ਧੁੱਪਾਂ ਸਿਖਰ ਦੁਪਹਿਰ ਦੀਆਂ ਬਾਲਾ ਚਾਨੀ ਠਹਿਰਦੀਆਂ ਤਾਂ ਮੇਰਾ ਮਨ ਜਿਹੜਾ ਸੀ ਨਾ ਜੀ ਕਰਦਾ ਸੀ ਫਿਰ ਮੈਂ ਉਹਨਾਂ ਨੂੰ ਦੇਖ ਕੇ ਉਹਨਾਂ ਨਾਲ ਗੱਲ ਲਿਖਾਂ ਪਰ ਮੈਨੂੰ ਬੜੀ ਉਹਨਾਂ ਨੇ ਹਲਾਸ਼ੇਰੀ ਵੀ ਦਿੱਤੀ ਹੈ। ਜੀ ਫਿਰ ਉਲਫਤ ਬਾਜਵਾ ਜੀ ਜੀ ਬਹੁਤ ਵਧੀਆ ਸ਼ਾਇਰ ਸੀਗੇ ਔਰ ਫਕਰ ਸੀਗੇ ਪਿੰਡੋਂ ਪਿੰਡ ਜਾ ਕੇ ਟੋਲਦੇ ਜੀ। ਨਹੀਂ ਕਿਤੇ ਆਰਟ ਆ ਤੇ ਫਿਰ ਉਹਨਾਂ ਆ ਕੇ ਮੈਨੂੰ ਕਹਿਣਾ ਚਾਹੁੰਦੀ ਤੂੰ ਹੁਣ ਤੂੰ ਚੁੱਭੀ ਨਾ ਮਾਰੀ ਲਿਖੀ ਚੱਲੀ ਤੋ ਉਹਨਾਂ ਨੂੰ ਮੈਂ ਯਾਦ ਕਰਦਾ ਆ ਬਹੁਤ ਹੀ ਸ਼ਾਇਰ। ਇੱਕ ਹੋਰ ਸੀ ਆਰ ਗੋਬਿੰਦਪੁਰ ਜੀ ਜੀ ਉਹਨਾਂ ਦਾ ਇੱਕ ਸ਼ੇਰ ਸੀ ਵੀ ਜੇ ਰਿਸ਼ਵਤ ਦੇਣੀ ਹੈ ਲੱਭੋ ਕੋਈ ਸੂਰ ਦਾ ਬੱਚਾ ਹੰਸਾਂ ਨੂੰ ਨਹੀਂ ਹੁੰਦੀ ਗੰਦਗੀ ਖਾਣ ਦੀ ਆਦਤ। ਜੀ ਵਾਹ ਜੀ ਵਾਹ। ਤੋ ਉਹਨਾਂ ਤੋਂ ਮੈਂ ਮੁਤੱਸਰ ਹਾਂ ਬਹੁਤ ਜ਼ਿਆਦਾ ਮੁਤੱਸਰ ਹਾਂ ਜੀ। ਕਿ ਜਦੋਂ ਗੱਲ ਕਰਦੇ ਸੀ ਨਾ ਲੋਕਾਂ ਦੇ ਹਿਰਦੇ 'ਚ ਵੜ ਜਾਂਦੇ ਸੀ। ਜੀ ਸੋ ਇਹ ਸ਼ਾਇਰ ਮੈਂ ਇਹਨਾਂ ਦਾ ਦੇ ਨਹੀਂ ਦੇ ਸਕਦਾ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਦੇ ਸਕਦਾ। ਚਰਨਜੀਤ ਜੀ, ਸਾਹਿਤ ਦੀ ਸੇਵਾ ਕਰਦੇ ਕਰਦੇ ਕੀ ਕਦੀ ਵਿਦੇਸ਼ ਜਾਣ ਦਾ ਮੌਕਾ ਮਿਲਿਆ ਆਪਾਂ ਨੂੰ? ਮੈਡਮ ਜੀ ਮੱਝਾਂ ਚਾਰਦਾ ਮੈਂ ਪੜ੍ਹਨ ਲੱਗਾ ਸੀ ਜੀ ਬਹੁਤ ਗਰੀਬੀ ਸੀਗੀ ਔਰ ਜਿਉਂ ਮੇਤੇ ਨਾ ਉਹ ਜਿੱਦਾਂ ਦਿਨ ਤਾਂ ਨੂੰ ਚੜਦਾ ਗਿਆ ਲਾਈਟ ਜਿਹੜੀ ਉਹ ਚੰਗੀ ਤਾਂ ਨਹੀਂ ਗਈ ਜੀ ਮੈਨੂੰ ਨਾ ਜ਼ਿੰਦਗੀ 'ਚ ਨਿਰਾਸ਼ ਨਹੀਂ ਹੋਣਾ ਪਿਆ ਜੀ, ਚੜ੍ਹਦੀ ਕਲਾ 'ਚ ਰਹੇ ਹਮੇਸ਼ਾ। ਚੜ੍ਹਦੀ ਕਲਾ 'ਚ ਰਹੇ ਆ ਪਰ ਫਿਰ ਮੇਰਾ ਬੱਚਾ ਪੜ ਗਿਆ ਫਿਰ ਉਹ ਇੱਥੇ ਮਕੈਨੀਕਲ ਇੰਜੀਨੀਅਰ ਬਣਿਆ ਫਿਰ ਉਹ ਮੇਰੇ ਨਾਲ ਕੈਨੇਡਾ 'ਚ ਮੇਰੇ ਮਿੱਤਰ ਸੀ ਬੈਠੇ ਉਹ ਕਹਿੰਦੇ ਆਪਣਾ ਮੁੰਡਾ ਇੱਥੇ ਘੱਲ ਦੇ ਪੜਨ ਲਈ ਉਹਨੇ ਪੈਸੇ ਪੂਹੇ ਲਾ ਕੇ ਉੱਥੇ ਘੱਲ ਦਿੱਤੇ ਫਿਰ ਉੱਥੇ ਪੱਕਾ ਹੋ ਗਿਆ ਫਿਰ ਸਾਡੀ ਲਈ ਉਹਨਾਂ ਨੇ ਮਤਲਬ ਸਾਡਾ ਰਾਖ ਹੋ ਦਿੱਤਾ ਮੈਂ 4 ਵਾਰੀ ਕੈਨੇਡਾ ਜਾ ਆਇਆ ਜੀ ਪਰ ਉੱਥੇ ਵੀ ਇਸ ਚੀਜ਼ ਦਾ ਇੱਕ ਮੈਡਮ ਜੀ ਬਹੁਤ ਜ਼ਿਆਦਾ ਪੰਜਾਬੀ ਮਾਂ ਬੋਲੀ ਦੀ ਉੱਥੇ ਬਹੁਤ ਸੇਵਾ ਜੀ ਤੇ ਉੱਥੇ ਮੈਨੂੰ ਇੱਕ ਮੌਕਾ ਮਿਲਿਆ ਸੀਗਾ ਕਵੀ ਦਰਬਾਰ ਦੇ ਵਿੱਚ ਜੀ ਤੇ ਜੇ ਚਾਹੋ ਜੀ, ਤਾਂ ਜ਼ਰੂਰ ਮੈਂ ਉਹ ਜੀ। ਗਜ਼ਲ ਆਪ ਜੀ ਦੇ ਨਾਲ ਸਾਂਝੀ ਕਰਾਂ ਹਾਂਜੀ ਜ਼ਰੂਰ ਜੀ ਜੀ ਦਿਲਾਂ ਨੂੰ ਦਿਲ ਕਦੋਂ ਇਨਕਾਰ ਕਰਦੇ ਨੇ ਦਿਲਾਂ ਨੂੰ ਦਿਲ ਕਦੋਂ ਇਨਕਾਰ ਕਰਦੇ ਨੇ ਖੁਦਾ ਦਾ ਸ਼ੁਕਰ ਕਰਕੇ ਸਦਾ ਇਕਰਾਰ ਕਰਦੇ ਸਦਾ ਇਕਰਾਰ ਕਰਦੇ ਨੇ। ਤੋ ਸ਼ੇਰ ਬਈ ਸ਼ਾਇਰ ਤਾਂ ਚਾਹੁੰਦੇ ਨੇ ਕਿ ਆਲਮ ਬਣ ਜਾਏ ਤਾਂ ਜੇ ਸੁਣ ਲੋ ਯਾਰ ਜੀ ਸ਼ਾਇਰ ਤਾਂ ਚਾਹੁੰਦੇ ਨੇ ਕਿ ਆਲਮ ਬਣ ਜਾਏ ਤਾਂ ਜੀ ਕੰਟਾਣ ਤੇ ਬੈਠੇ ਪਰਿੰਦੇ ਪਿਆਰ ਕਰਦੇ ਜੀ ਵਾਹ ਜੀ ਵਾਹ। ਤੋ ਸ਼ੇਰ ਹੈ ਕਿ ਹਨੇਰੀ ਰਾਤ ਨੂੰ ਅਸੀਂ ਚਾਨਣ ਵੰਡੀਏ ਕਿੱਦਾਂ ਹਨੇਰੇ ਹਨੇਰੀ ਰਾਤ ਨੂੰ ਅਸੀਂ ਚਾਨਣ ਵੰਡੀਏ ਕਿੱਦਾਂ ਵਿਸ਼ਵਾਸ ਕਰਤੀ ਤਾਂ ਹਨੇਰੇ ਨੂੰ ਪਿਆਰ ਕਰਦੇ ਜੀ ਤੇ ਸ਼ੇਰ ਸੁਣੋ ਲੈਂਦੇ ਨੇ ਤਖਤਾਂ ਤੋਂ ਤੇ ਚੜ੍ਹਦੇ ਨੇ ਤਖਤੇ ਤੇ ਲੈਂਦੇ ਨੇ ਤਖਤਾਂ ਤੋਂ ਤੇ ਚੜ੍ਹਦੇ ਨੇ ਤਖਤੇ ਤੇ ਖੁਦ ਗਰਜ ਲੋਕਾਂ ਤੇ ਜੋ ਇਤਬਾਰ ਕਰਦੇ ਨੇ। ਵਾਹ ਜੀ ਵਾਹ। ਤੇ ਸ਼ੇਰ ਸੁਣੋ ਇਹਦਾ ਮੈਂ ਬੜੀ ਖੂਬ ਰਹੀ ਗਜ਼ਲ ਅੱਟੇ ਦੀ ਲੋਕਾਂ ਵਿੱਚ ਬੜੀ ਖੂਬ ਰਹੀ ਗਜ਼ਲ ਅੱਟੇ ਦੀ ਲੋਕਾਂ ਵਿੱਚ ਪਰ ਸ਼ਨਾਖਤ ਸ਼ੇਰਾਂ ਦੀ ਤਜਰਬੇਕਾਰ ਕਰਦੇ ਨੇ। ਜੀ ਜੀ ਵਾਹ ਜੀ ਵਾਹ। ਦਿਲਾਂ ਨੂੰ ਦਿਲ ਕਦੋਂ ਇਨਕਾਰ ਕਰਦੇ ਨੇ ਖੁਦਾ ਦਾ ਸ਼ੁਕਰ ਕਰਕੇ ਸਦਾ ਇਕਰਾਰ ਕਰਦੇ ਇਕਰਾਰ ਕਰਦੇ ਨੇ। ਵਾਹ ਜੀ ਤੇ ਉੱਥੇ ਮੈਨੂੰ ਬੜਾ ਇਸ ਕਵਿਤਾ ਨੇ ਮੈਨੂੰ ਪਿਆਰ ਦਿੱਤਾ ਤੋ ਹੋਰ ਮਾਨ ਸਨਮਾਨ ਕਿਦਾਂ ਜਿਹੜਾ ਇੰਡੀਆ ਦੇ ਵਿੱਚ ਜਾਂ ਫਿਰ ਬਾਹਰ ਕਿੱਦਾਂ ਮਿਲਿਆ ਤੁਹਾਨੂੰ? ਕਿੰਨਾ ਕੋਈ ਮਾਨ ਸਨਮਾਨ ਮਿਲਿਆ ਹੈ ਤੇ ਕਿਹੋ ਜਿਹਾ ਮਹਿਸੂਸ ਕਰਦੇ ਹੋ ਤੁਸੀਂ ਜਦੋਂ? ਮੈਡਮ ਜੀ ਵੀ ਮਾਨ ਸਨਮਾਨ ਤਾਂ ਤੁਹਾਡੇ ਮਨ ਦੀ ਖੁਸ਼ੀ ਜੀ
ਬਹੁਤੇ ਪ੍ਰਾਈਜ਼ ਫੜ ਕੇ ਮੇਰਾ ਖਿਆਲ ਬੰਦਾ ਖੁਸ਼ ਨਹੀਂ ਰਹਿ ਸਕਦਾ। ਮਿਲੇ ਬਹੁਤ ਜੀ, ਪਰ ਜਿਹੜੀ ਦਿਲਾਂ ਦੀ ਸਾਂਝ ਮੈਨੂੰ ਮਿਲੀ ਜੀ, ਹੁਣ ਮੈਂ ਅੱਜ ਵੀ 63 ਸਾਲ ਦਾ ਹੋ ਗਿਆ ਤਾਂ ਮੈਂ ਬਾਗੋ ਬਾ ਗਿਆ, ਜਵਾਨ ਆ, ਤੇ ਮੈਨੂੰ ਪਿਆਰ ਬਹੁਤ ਮਿਲਿਆ ਜੀ, ਕਿਉਂਕਿ ਮੈਂ ਇੱਕ ਤਾਂ ਐਂਕਰਿੰਗ ਕਰਦਾ ਸੀ ਆਪਣੇ ਟਾਈਮ ਦੇ ਵਿੱਚ, ਜੀ, ਫਿਰ ਮੈਂ ਪੜ੍ਹਾਈ ਦੇ ਵਿੱਚ ਜਾਂ ਮੈਂ ਸਕੂਲਾਂ ਵਿੱਚ ਵੀ ਸੀ ਬਤੌਰ BMT। ਮੈਂ 10 ਸਾਲ ਕੰਮ ਕੀਤਾ। ਜੀ, ਸਾਡੇ ਦਰਸ਼ਕਾਂ ਨੂੰ ਦੱਸ ਦਈਏ ਜੀ, ਚਰਨਜੀਤ ਅੱਟਾ ਜੀ ਇੱਕ ਅਧਿਆਪਕ ਵੀ ਰਹੇ ਨੇ। ਅਸੀਂ ਤੁਹਾਡੇ ਸਕੂਲੀ ਲਾਈਫ ਬਾਰੇ, ਤੁਹਾਡੇ ਸਕੂਲ 'ਚ ਜਿਹੜਾ ਸਫ਼ਰ ਤੁਸੀਂ ਤੈਅ ਕੀਤਾ ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਕੁਝ ਜਾਣਕਾਰੀ ਸਾਂਝੀ ਕਰੋ ਜੀ। ਹਾਂ ਮੈਡਮ ਜੀ, ਮੈਂ ਨਾ ਸੰਨ 79 ਵਿੱਚ ਜੌਬ 'ਚ ਆਇਆ ਜੀ, ਔਰ 8 ਸਾਲ ਮੈਂ ਐਕਟਿੰਗ ਪੜਾਇਆ। 28 ਸਾਲ ਸਾਡੇ ਗੁਰਿਆਂ ਦੇ ਲਾਗੇ ਇੱਕ ਪਿੰਡ ਆ ਡੱਲੇਵਾਲ, ਜੀ। ਉੱਥੇ ਪੜਾਇਆ ਤੇ ਉੱਥੇ ਘੱਟੋ ਘੱਟ ਜਿਹੜਾ ਆ ਮੈਂ 20 ਲੱਖ ਰੁਪਏ ਸਕੂਲ ਤੇ ਲੋਕਾਂ ਦੇ ਤੋਂ ਲੈ ਕੇ ਜੀ, ਉਹਨਾਂ ਨੇ ਦਾਨ ਦਿੱਤਾ ਔਰ ਮੈਨੂੰ ਉਹ ਕਹਿੰਦੇ ਮਾੜੀ ਹੋਰ ਪੈਸੇ ਲੈ ਲਓ। ਮੈਂ ਕਿਹਾ ਨਿਆਣੇ ਦਾ ਥੋੜੀ ਹੈ, ਹੁਣ ਮੈਂ ਪੈਸੇ ਕੀ ਕਰਨੇ ਆ। ਜੀ, ਬਹੁਤ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਮੈਡਮ ਜੀ, ਜੀ। ਲੋਕਾਂ ਦਾ ਸਹਿਯੋਗ ਵੀ ਰਿਹਾ ਤੁਹਾਡੇ ਜਦੋਂ ਨਾਲ। ਨਾ ਮੈਂ ਜੀ, ਵਿਦਿਆ ਹੋਇਆ ਜੀ, ਅਪ੍ਰੈਲ 2015 ਦੇ ਵਿੱਚ, ਤਾਂ ਮੈਨੂੰ ਘੱਟੋ ਘੱਟ 500 ਅਧਿਆਪਕ ਮੈਨੂੰ ਜਿਹੜਾ ਵਿਦਾਈ ਦੀ ਪਾਰਟੀ ਤੇ ਮੇਰੇ ਆਏ ਸੀ, ਜੀ। ਤੇ ਮੇਰਾ ਮਨ ਜਿਹੜਾ ਆ ਉਹ ਬਹੁਤ ਖੁਸ਼ ਆ ਕਿਉਂਕਿ ਮੈਂ ਲਰਨ ਕੀਤਾ ਮੈਡਮ ਜੀ ਬਹੁਤ ਸਾਰੀਆਂ ਗੱਲਾਂ। ਇੱਕ ਮੈਂ ਬਾਈਬਲ ਨੂੰ ਬਹੁਤ ਲਾਗੇ ਹੋ ਕੇ ਪੜਿਆ। ਜੀ, ਬਾਈਬਲ ਨੂੰ ਜਦ ਮੈਂ ਲਾਗੇ ਹੋ ਕੇ ਪੜਿਆ ਉਹ ਤੋਂ ਮੈਨੂੰ ਬਹੁਤ ਸਾਰੀਆਂ ਸਿੱਖਿਆਵਾਂ ਮਿਲੀਆਂ। ਉਹ 3 ਗੱਲਾਂ ਮੈਨੂੰ ਦੱਸਦੀ ਹੈ, ਦੁਨੀਆ 'ਚ ਪਿੱਛੇ ਕੀ ਹੋਇਆ, ਹੁਣ ਕੀ ਹੋ ਰਿਹਾ, ਗਾਂ ਕੀ ਹੋਣਾ। ਜੀ, ਫਿਰ ਜਿਹੜਾ ਪਰਿਵਾਰ ਆ ਨਾ ਤੁਹਾਡਾ, ਉਹਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਨਾਲ ਕਿੱਦਾਂ ਵਿਚਰਨਾ, ਆਪਣੀ ਪਤਨੀ ਨਾਲ ਕਿੱਦਾਂ ਵਿਚਰਨਾ, ਉਹਦੇ ਨਾਲ ਮੈਂ ਨਾ ਕੁਛ ਰੱਬ ਦੀ ਕਿਰਪਾ ਹੋ ਗਈ, ਉਹਦੇ ਮੂਹਰੇ ਮੈਂ ਹੱਥ ਅੱਡੇ ਤਾਂ ਮੈਂ ਚੱਲ ਕੇ ਖੁਸ਼ ਹਾਂ। ਚਰਨਜੀਤ ਅੱਟਾ ਜੀ, ਜੋ ਤੁਸੀਂ ਲੇਖਨ ਕਲਾ ਦੇ ਖੇਤਰ ਦੇ ਵਿੱਚ ਇਸ ਮੁਕਾਮ ਤੇ ਪਹੁੰਚੇ ਹੋ ਤੇ ਉਹਦਾ ਸ਼੍ਰੇਅ ਤੁਸੀਂ ਕਿਸੇ ਨੂੰ ਦੇਣਾ ਚਾਹੋਗੇ? ਤੁਹਾਡੇ ਸਹਿਯੋਗੀ ਕੌਣ ਰਹੇ ਜਾਂ ਫਿਰ ਤੁਹਾਡੀ ਫੈਮਿਲੀ ਸਪੋਰਟ ਕਿੰਨੀ ਕੁ ਰਹੀ ਹੈ ਤੁਹਾਡੇ ਨਾਲ? ਮੈਡਮ ਜੀ, ਮੈਂ ਨਾ ਮੇਰਾ ਘਰੋਂ ਮੈਨੂੰ ਕੋਈ ਤੰਗੀ ਨਹੀਂ ਜੀ। ਮੇਰੀ ਵਾਈਫ ਆ, ਉਹ ਬਹੁਤ ਇੱਜ਼ਤ ਮੇਰੀ ਕਰਦੀ ਹੈ ਜੀ। ਬੱਚਿਆਂ ਨੂੰ, ਹੋਰ ਮੇਰੇ ਬੱਚੇ ਵੀ, ਮੈਂ ਅੱਜ ਤੱਕ ਉਹਨਾਂ ਦੇ ਕਦੀ ਵੀ ਮਤਲਬ ਮੈਨੂੰ ਪਰੇਸ਼ਾਨੀ ਨਹੀਂ ਦਿੱਤੀ। ਜੀ, ਫੈਮਿਲੀ ਤੋਂ ਇਲਾਵਾ ਵੀ ਤੁਹਾਡੇ ਕਿਸੇ ਨੇ ਸਹਿਯੋਗ ਦਿੱਤਾ? ਹਾਂ ਜੀ। ਫੈਮਿਲੀ ਤੋਂ ਬਿਨਾਂ ਮੈਨੂੰ ਨਾ ਜਿਹੜੇ ਮੇਰੇ ਕਵੀ ਮਿੱਤਰ ਸੀ ਜੀ, ਜਾਂ ਸਾਹਿਤਕ ਮਿੱਤਰ ਸੀ, ਜਾਂ ਜਿਨ੍ਹਾਂ ਨੂੰ ਮੈਂ ਸੁਣਾਉਂਦਾ ਹੁੰਦਾ ਸੀ ਬੈਠ ਕੇ, ਉਹਨਾਂ ਨੇ ਮੈਨੂੰ ਬਹੁਤ ਉਤਸ਼ਾਹਿਤ ਕੀਤਾ। ਤੇ ਆਪਣੇ ਸਹਿਯੋਗੀਆਂ ਚੋਂ ਕਿਹਨਾਂ ਦਾ ਜ਼ਿਕਰ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਦੇ ਸਾਹਮਣੇ? ਦਿਲਬਾਰ ਸ਼ੌਕਤ ਹੋਣੀ ਤਾਂ ਮੇਰਾ ਜਿਹੜਾ ਆ ਉਹ ਮਤਲਬ ਅੱਜ ਵੀ ਮੇਰੇ ਨਾਲ ਆ। ਉਹਨਾਂ ਦੇ ਬਾਪ ਜਿਹੜੇ ਸੀ ਜੀ, ਬਾਲ ਸਾਹਿਬ ਸ਼ੌਕਤ ਦਿਲਵਾੜਾ ਜੀ, ਉਹ ਬਹੁਤ ਨਗੀਨੇ ਸੀ। ਜੀ, ਉਹਨਾਂ ਨੂੰ ਪਤਾ ਸੀ ਕਿ ਇਸ ਬੰਦੇ ਦੇ ਵਿੱਚੋਂ ਕਿੱਦਾਂ ਗੱਲ ਕੱਢਣੀ ਹੈ। ਜਿਹਨੂੰ ਗੱਲ ਕੱਢਣੀ ਆਉਂਦੀ ਹੈ ਉਹੀ ਮੈਂ ਸਮਝਦਾ ਵੀ ਕਾਬਲੀਅਤ ਬਹੁਤ ਹੈ ਉਹਨਾਂ ਦੇ ਵਿੱਚ। ਜੀ, ਹਾਂਜੀ। ਤੋਂ ਹੋਰ ਬਹੁਤ ਸਾਰੇ ਜਿਹੜੇ ਪੁਰਾਣੇ ਕਵੀ ਆ ਨਾ ਮੈਡਮ ਜੀ, ਉਹਨਾਂ ਨੇ ਜੋ ਲਿਖਿਆ ਆ ਮੋਤੀ ਪਰੋਇਆ ਹੋਇਆ ਹਾਂਜੀ। ਉਹ ਭਾਈ ਵੀਰ ਸਿੰਘ ਹੁਣੀ, ਹੋਰ ਹੋਏ ਸੰਤ ਸਵਾਲ ਜਿਹੜੇ ਸੀ, ਉਹਨਾਂ ਨੂੰ ਜਦ ਸੁਣਦਾ ਤਾਂ ਮੇਰਾ ਮਨ ਉਹਨਾਂ ਤੇ ਬਹੁਤ, ਕਿਉਂਕਿ ਕਵੀ ਬਣਾਇਆ ਨਹੀਂ ਬਣਦਾ ਤੇ ਬਣ ਜਾਂਦਾ ਹਿਰਦਿਆਂ 'ਚ ਹੀ ਹੁੰਦਾ। ਜੀ, ਉਹ ਫੁੱਟ ਦੀ ਕਵਿਤਾ। ਜੀ, ਚਰਨਜੀਤ ਜੀ, ਸਾਡੇ ਦਰਸ਼ਕਾਂ ਨੂੰ ਤੁਸੀਂ ਅਗਲੀ ਕਵਿਤਾ ਕਿਹੜੀ ਸੁਣਾਉਣ ਜਾ ਰਹੇ ਹੋ? ਅੱਗੇ ਆ ਵੀ ਇੱਕ ਬਹੁਤ ਮਹਿਬੂਬ ਸ਼ਾਇਰ ਸੀਗਾ ਸਾਡਾ, ਜੀ, ਜਿਹਨੇ ਬਹੁਤ ਅੱਛੀ ਪੋਇਟਰੀ ਲਿਖੀ ਆ, ਸ਼ਿਵ ਕੁਮਾਰ ਬਟਾਲਵੀ ਜੀ। ਉਹ ਜਦ ਜੰਗ ਉਮਰ 'ਚ ਚਲਾ ਗਿਆ ਨਾ, ਤਾਂ ਉਹਦੇ ਲਈ ਮੈਂ 4 ਕਲਾਈਨਾਂ ਆਪ ਜੀ ਨੂੰ ਸੁਣਾਉਣਾ ਆ। ਹਾਂਜੀ, ਜ਼ਰੂਰ। ਉਹ ਅੱਬੇ ਪ੍ਰੀਤਾਂ ਦੇ ਪਹਿਰੇਦਾਰਾਂ ਨੇ ਇਤਬਾਰ ਪ੍ਰੀਤ ਤੇ ਕੀਤਾ ਨਹੀਂ, ਉਹਨੇ ਬੈਣ ਮਾਰੇ ਲੱਖ ਰੋ ਰੋ ਕੇ, ਪਰ ਅਸਰ ਕਿਸੇ ਨੇ ਕੀਤਾ ਨਹੀਂ। ਪਿਆਰ ਭਰੇ ਇਸ ਕਾਸੇ ਚੋਂ ਕਿਸੇ ਘੁੱਟ ਸਬਰ ਦਾ ਪੀਤਾ ਨਹੀਂ, ਝਟ ਪਿਆਰ ਦੀ ਨਗਰੀ ਲੁੱਟ-ਪੁੱਟ ਲਈ ਜਾਂ ਤਰਸ ਕਿਸੇ ਨੇ ਕੀਤਾ, ਤਰਸ ਕਿਸੇ ਨੇ ਕੀਤਾ ਨਹੀਂ। ਬਸ ਬਹਿਣਾ ਮਾਰੇ ਮਰਦੇ ਹਾਂ, ਲੋਕਾਂ ਦੀਆਂ ਕਈਆਂ ਜਰਦੇ ਹਾਂ, ਕੋਈ ਪੈੜ ਪੱਲੇ ਨਹੀਂ ਪੈਂਦੀ ਜੀ, ਕੋਈ ਅਰਸਾ ਬੀਤ ਪਿਆਰਾ ਦਾ, ਫਿਰ ਰਾਤ ਗਮਾਂ ਦੀ ਪੈਂਦੀ। ਜੀ, ਰਾਤ ਗਮਾਂ ਦੀ ਪੈਂਦੀ। ਰਤਕਾ ਪਿਆਰ ਇੱਕ ਉਹਦਾ ਸੁਣੋ, ਜਿੱਥੋਂ ਪਿਆਰ ਦੇ ਬੂਟੇ ਪੱਟ ਹੁੰਦੇ ਉਹ ਰੋਹੀ ਬਣ ਕੇ ਰਹਿ ਜਾਂਦੀ, ਦਿਲ ਬਾਗ 'ਚ ਪੱਤ ਝੜਿਆ ਜਾਂਦੀ, ਹਾਏ ਫੜ ਕੇ ਕਾਲਜਾ ਪੈ ਜਾਂਦੀ। ਵਾਹ ਜੀ ਵਾਹ, ਬਹੁਤ ਫਿਰ ਖਿੜਦੇ ਫੁੱਲ ਕਸੰਬੜੇ ਦੇ, ਮਹਿਕ ਚੰਦਨ ਦੀ ਆਉਂਦੀ ਨਹੀਂ, ਉਹ ਯਾਰ ਸੱਜਣ ਦੇ ਰੰਗ ਵਾਜੋ ਸਾਨੂੰ ਗੱਲ ਤੱਕ ਕੋਈ ਪਾਉਂਦੀ। ਜੀ, ਬਸ ਅੱਟੇ ਗਮਲ ਕੋਣਾ ਕੀ ਨਾ ਲੋਕਾਂ ਨੂੰ ਪਤੇ ਹੋਣਾ ਕੀ, ਸਾਡੀ ਸੁਤਾ ਯਾਰ ਵਿੱਚ ਰਹਿੰਦੀ, ਉਹ ਯਾਰ ਸਾ ਬੀਤ ਪਿਆਰਾ ਦਾ
फिर रात कमाती फिरती। तो मैडम जी ਇਹ ਦਿਲ ਬਹੁਤ ਦੇ ਵਧੀਆ ਬਲਬਲੇ ਜੀ, ਬਹੁਤ ਦਿਲ ਦੇ ਵਧੀਆ ਜੀ। ਬਲਬਲੇ ਚਰਨਜੀਤ ਅੱਟਾ ਜੀ, ਤੁਸੀਂ ਆਪਣੇ ਆਉਣ ਵਾਲੇ ਨਵੇਂ ਪ੍ਰੋਜੈਕਟ ਦੇ ਬਾਰੇ ਸਾਡੇ ਦਰਸ਼ਕਾਂ ਨਾਲ ਕੁਝ ਗੱਲਾਂ ਸਾਂਝੀ ਕਰੋ ਜੀ। ਹਾਂ ਮੈਡਮ ਜੀ ਵੀ ਮੇਰੇ ਬਲਬਲੇ ਤਾਂ ਬੜੇ ਦਿਲ ਦੇ ਵਿੱਚ ਸੀਗੇ, ਪਰ ਜੀ। ਮੈਨੂੰ ਸਮਾਂ ਨਹੀਂ ਸੀ ਮਿਲਦਾ ਵੀ ਮੈਂ ਕਦੀ ਇਹਨਾਂ ਨੂੰ ਪ੍ਰਗਟ ਕਰਾਂ। ਜੀ ਫਿਰ ਦਿਲ ਵਿਹਾਰ ਸ਼ੌਕਤ ਜੀ ਜਿਨ੍ਹਾਂ ਦੇ ਬਾਪ ਗੋਪਾਲ ਸਾਹਿਬ ਮੇਰੇ ਬਹੁਤ ਲਾਗੇ ਰਹੇ ਆ, ਜੀ ਉਹਨਾਂ ਨੇ ਮੈਨੂੰ ਘਰੋਂ ਆਵਾਜ਼ ਮਾਰੀ ਤੇ ਉਹਨਾਂ ਦੀ ਇੱਕ ਕੰਪਨੀ ਆ ਸੁਪਰ ਸੰਗੀਤ ਮਿਊਜ਼ਿਕ ਕੰਪਨੀ, ਜੀ ਉਹਨਾਂ ਨੇ ਮੈਨੂੰ ਸੱਦਿਆ। ਜੀ ਜਦ ਸੱਦਿਆ ਤਾਂ ਫਿਰ ਉਹਨਾਂ ਨੇ ਮੈਨੂੰ ਜਿਹੜਾ ਸੀ ਉਹ ਪੇਸ਼ ਕਰਨ ਲਈ ਕਿਹਾ ਵੀ ਤੁਸੀਂ ਆਹ ਗੀਤ ਪੇਸ਼ ਕਰੋ। ਤਾਂ ਮੇਰੇ ਦਿਲ 'ਚ ਇਹੀ ਸੀ ਵੀ ਅੱਜ ਦੇ ਬੱਚੇ ਜਿਹੜੇ ਮਾਰੇ ਆ ਜੀ। ਉਹ ਬਹੁਤ ਦਿਖਾਂਤ ਆ, ਸੋ ਮੈਂ ਉਹਨਾਂ ਨੂੰ ਇਹ ਗੀਤ ਜਿਹੜਾ ਪੇਸ਼ ਕੀਤਾ। ਜੀ। ਤੇ ਜੇ ਮੈਨੂੰ ਹੋਰ ਹੌਸਲਾ ਮਿਲਿਆ ਤਾਂ ਮੈਂ ਅੱਗੇ ਆਪਣੇ ਗੀਤ ਜਿਹੜੇ ਜ਼ਰੂਰ ਪੇਸ਼ ਕਰਾਂਗਾ। ਹਾਂ, ਜੀ ਜ਼ਰੂਰ ਜੀ, ਸਾਡੀ ਦੁਆਵਾਂ ਤੁਹਾਡੇ ਨਾਲ ਹੀ ਹੈ ਜੀ। ਜੀ। ਹਾਂਜੀ। ਚਰਨਜੀਤ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਖਾਸ ਕਰ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਅੱਜ ਕੱਲ ਜਿਹੜੇ ਨੌਜਵਾਨ ਨੇ ਉਹਨਾਂ ਦੀ ਨਾ ਪੜ੍ਹਨ 'ਚ ਰੁਚੀ ਘੱਟ ਹੈ ਜੀ 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 ਤੇ ਉਹਨਾਂ ਲਈ ਕੋਈ ਖਾਸ ਸੁਨੇਹਾ? ਮੈਡਮ ਜੀ ਜਿਹੜਾ ਨਾ ਸੱਚ ਆ ਨਾ ਜੀ ਉਹ ਸੱਚ ਹੁੰਦਾ ਆ, ਝੂਠ ਹੁੰਦਾ। ਜੀ ਕੋਈ ਰਫਲਾ ਲੈ ਕੇ ਡਾਕੂ ਨਹੀਂ ਬਣ ਜਾਂਦਾ, ਐਵੇਂ ਰੌਲਾ ਹੀ ਆ। ਜੀ ਲਰਨ ਕਰਨਾ ਚਾਹੀਦਾ। ਜਿਹੜਾ ਸਾਡਾ ਵਿਰਸਾ ਆ ਉਹ ਹੈਗਾ ਬਹੁਤ ਅਮੀਰ ਵਿਰਸਾ, ਜਿਹਦੇ ਵਿੱਚ ਅਸੀਂ ਜੇ ਕਵਿਤਾਵਾਂ ਦੇਖਦੇ ਹਾਂ, ਉਹ ਜਿਹੜੇ ਪੁਰਾਣੇ ਰਾਈਟਰ ਆ ਉਹਨਾਂ ਨੂੰ ਪੜ੍ਹਦੇ ਆ ਤਾਂ ਮਨ ਖੁਸ਼ ਹੋ ਜਾਂਦਾ। ਜੀ ਜੇ ਅੱਜ ਅਸੀਂ ਆਪਣਾ ਭਾਈਚਾਰਾ ਵੀ ਦੇਖੀਏ, ਅੱਜ ਵੀ ਸਾਡਾ ਭਾਈਚਾਰਾ ਰਫਲਾ ਵਾਲਾ ਨਹੀਂ ਗਾ, ਜਾਂ ਕੋਈ ਇਹਦਾ ਡਰੱਗ ਸਿਸਟਮ ਵਾਲਾ ਕੋਈ ਹੋ ਰਿਹਾ ਨਹੀਂ। ਜੀ ਬੱਚਿਆਂ ਨੂੰ ਸੁਧਰਨ ਦੀ ਲੋੜ ਆ, ਬੱਚਿਆਂ ਨੂੰ ਦਿਲ ਦੇ ਲਾਗਿਓਂ ਗੱਲ ਕਰਨ ਦੀ ਲੋੜ ਆ, ਜੀ। ਤਾਂ ਕਿ ਸਾਡੇ ਜਿਹੜੇ ਰਿਸ਼ਤੇ ਆ ਸਮਾਜ ਦੇ ਉਹ ਬਣੇ ਰਹਿਣ। ਅਸੀਂ ਸਾਰੇ ਜਿਹੜੇ ਇੱਕ ਦੂਜੇ ਨਾਲ ਮਿਲੀਏ ਤੇ ਏਦਾਂ ਦੇ ਗੀਤ ਨਾ ਗਾਈਏ ਕਿ ਮਸ਼ੂਕਾਂ ਫਲਾਨਾ ਧਮਕੜਾ। ਜੀ। ਹਰੇਕ ਦੀ ਭੈਣ ਆ, ਹਰੇਕ ਦੀ ਮਾਂ ਆ, ਤਾਂ ਸਾਨੂੰ ਹਰੇਕ ਰਿਸ਼ਤੇ ਦਾ ਸਤਿਕਾਰ ਕਰਨਾ ਚਾਹੀਦਾ। ਜੀ ਸਮਾਜ ਮੈਂ ਇਹ ਗੀਤ ਸੁਣਨੇ ਚਾਹੀਦੇ ਨੇ, ਗਾਣੇ ਵੀ ਚਾਹੀਦੇ ਨੇ। ਹਾਂ, ਮੋੜਨਾ ਚਾਹੀਦਾ ਉਹਨਾਂ ਨੂੰ। ਜੀ। ਔਰ ਮੈਨੂੰ ਲੱਗਦਾ ਆ ਵੀ ਅਜੇ ਤਾਂ ਨੂੰ ਇਹ ਜਾਂਦਾ ਹੈ, ਜਦੋਂ ਥੱਲੇ ਨੂੰ ਡਿੱਗ ਪੈਣਾ ਆ ਤਾਂ ਇੱਕ ਦਿਨ ਆਪਾਂ ਜ਼ਰੂਰ ਚੰਗੇ ਦੇਖਾਂਗੇ। ਜੀ। ਪਰ ਅੱਜ ਅਜੇ ਲੱਗਦਾ ਹੈ ਕਿ ਲੋਕ ਜਿਹੜੇ ਆ ਨਾ ਉਹ ਉੱਪਰਲੀ ਹਵਾ 'ਚ ਘੁੰਮ ਰਹੇ ਆ, ਸੱਚਾਈ ਤੋਂ ਦੂਰ ਆ। ਜੀ। ਪਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ, ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਸਹੀ ਪਾਸੇ ਆਓ। ਇਹ ਮੇਰੀ ਮੈਂ ਚਾਹਣਾ ਮੈਡਮ ਜੀ। ਜੀ ਚਰਨਜੀਤ ਜੀ, ਸਾਡੇ ਦਰਸ਼ਕਾਂ ਨੇ ਤੁਹਾਡੀ ਪਿਆਰੀਆਂ ਗੱਲਾਂ ਸੁਣੀਆਂ ਤੇ ਤੁਹਾਡੇ ਗੀਤ, ਗਜ਼ਲ, ਕਵਿਤਾਵਾਂ ਸੁਣੀਆਂ ਤੇ ਉਹਨਾਂ ਨੇ ਬਹੁਤ ਹੀ ਆਨੰਦ ਮਾਣਿਆ ਹੈ। ਸਾਡੇ ਉਡੀਕਾ ਪ੍ਰੋਗਰਾਮ ਦੇ ਵਿੱਚ ਆਉਣ ਤੇ ਚਰਨਜੀਤ ਅੱਟਾ ਜੀ, ਆਪ ਜੀ ਦਾ ਬਹੁਤ ਧੰਨਵਾਦ ਹੈ ਮੈਡਮ ਜੀ। ਜੀ ਤੁਹਾਡਾ ਵੀ ਬਹੁਤ ਧੰਨਵਾਦ, ਜਿਹੜਾ ਤੁਸੀਂ ਇੰਨਾ ਮਾਣ ਸਤਿਕਾਰ ਦੇ ਰਹੇ ਆ। ਥੈਂਕ ਯੂ ਵੈਰੀ ਮਚ। ਥੈਂਕ ਯੂ। ਉਡੀਕਾ ਪ੍ਰੋਗਰਾਮ ਦੇ ਵਿੱਚ ਨਵੇਂ ਚਿਹਰੇ ਦੇ ਨਾਲ ਫਿਰ ਮਿਲਾਂਗੇ, ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ। ਉਡੀਕਾਂ ਤੇਰੇ ਆਉਣ ਦੀਆਂ, ਉਡੀਕਾਂ